ਕਿਸੇ ਨੇ ਬੜੀ ਸੋਹਣੀ ਗੱਲ ਕਹੀ ਹੈ ਕਿ ਹੰਕਾਰ ਵਿੱਚ ਇਨਸਾਨ ਨੂੰ ਇਨਸਾਨ ਨਹੀਂ ਦਿਖਦਾ, ਆਪਣੀ ਹੀ ਛੱਤ ਤੇ ਖੜ ਕੇ ਆਪਣਾ ਮਕਾਨ ਨਹੀਂ ਦਿਖਦਾ। ਅੱਜ ਦੀ ਕਹਾਣੀ ਇੱਕ ਜੰਗਲ ਦੀ ਹੈ ਜਿੱਥੇ ਸ਼ਾਮ ਹੋ ਚੁੱਕੀ ਸੀ। ਮੌਸਮ ਵੀ ਬੜਾ ਅਜੀਬ ਤੇ ਡਰਾਵਣਾ ਹੋ ਚੁੱਕਿਆ ਸੀ। ਚਾਰੇ ਪਾਸੇ ਕਾਲੇ ਬੱਦਲ ਗਰਜ ਰਹੇ ਸੀ ਤੇ ਬਿਜਲੀ ਵੀ ਲਸ਼ਕ ਰਹੀ ਸੀ। ਤੇ ਅਚਾਨਕ ਉਸ ਜੰਗਲ ਵਿੱਚ ਬਿਜਲੀ ਡਿੱਗ ਪਈ, ਜਿਸ ਕਰਕੇ ਉੱਥੇ ਭਿਆਨਕ ਅੱਗ ਲੱਗ ਗਈ। ਸਾਰੇ ਜੰਗਲ ਵਿੱਚ ਹਫੜਾ ਦਫੜੀ ਮਚ ਗਈ। ਸਾਰੇ ਜਾਨਵਰ ਆਪਣੀ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜ ਰਹੇ ਸੀ। ਉਹਨਾਂ ਜਾਨਵਰਾਂ ਵਿੱਚ ਇੱਕ ਸੁਨਹਿਰੇ ਵਾਲਾਂ ਵਾਲੀ ਹਿਰਨੀ ਵੀ ਸੀ ਜੋ ਕਿ ਗਰਭਵਤੀ ਸੀ। ਸਮੱਸਿਆ ਇਹ ਸੀ ਕਿ ਉਹ ਦਰਦ ਵਿੱਚ ਸੀ ਤੇ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ। ਪਰ ਉਸ ਵਕਤ ਉਸ ਅੱਗੇ ਸਭ ਤੋਂ ਵੱਡੀ ਸਮੱਸਿਆ ਸੀ ਕਿ ਪਹਿਲਾਂ ਆਪਣੀ ਜਾਨ ਬਚਾਉਣੀ ਸੀ ਤੇ ਬਾਅਦ ਵਿੱਚ ਉਹਨਾਂ ਮਾਸੂਮ ਤੇ ਛੋਟੇ-ਛੋਟੇ ਬੱਚਿਆਂ ਨੂੰ ਇਹ ਦੁਨੀਆ ਦਿਖਾਉਣੀ ਸੀ। ਉਹ ਬਸ ਦੌੜਦੀ ਹੀ ਜਾ ਰਹੀ ਸੀ ਤੇ ਦੌੜਦੀ ਜੰਗਲ ਦੇ ਕਿਨਾਰੇ ਤੇ ਪਹੁੰਚ ਗਈ, ਜਿੱਥੇ ਇੱਕ ਨਦੀ ਵਹਿ ਰਹੀ ਸੀ। ਨਦੀ ਕਿਨਾਰੇ ਪਹੁੰਚ ਕੇ ਉਸ ਹਿਰਨੀ ਨੇ ਗਹਿਰਾ ਸਾਹ ਲਿਆ, ਥੋੜਾ ਜਿਹਾ ਪਾਣੀ ਪੀਤਾ ਤੇ ਕਿਸੇ ਸੁਰੱਖਿਅਤ ਜਗ੍ਹਾ ਦੀ ਤਲਾਸ਼ ਕਰਨ ਲੱਗੀ, ਜਿੱਥੇ ਜਾ ਕੇ ਉਹ ਆਪਣੇ ਬੱਚਿਆਂ ਨੂੰ ਜਨਮ ਦੇ ਸਕੇ। ਅਚਾਨਕ ਉਸ ਨੂੰ ਲੱਗਿਆ ਕਿ ਉਸ ਦਾ ਕੋਈ ਪਿੱਛਾ ਕਰ ਰਿਹਾ ਹੈ। ਜਦੋਂ ਹਲਕੀ ਜਿਹੀ ਨਜ਼ਰ ਘੁਮਾ ਕੇ ਦੇਖਿਆ ਤਾਂ ਉਸ ਨੂੰ ਇਹ ਅਹਿਸਾਸ ਹੋਇਆ ਕਿ ਇੱਕ ਝਾੜੀ ਦੇ ਪਿੱਛੇ ਲੁਕ ਕੇ ਇੱਕ ਸ਼ਿਕਾਰੀ ਬੈਠਾ ਹੋਇਆ ਹੈ, ਜੋ ਆਪਣੀ ਬੰਦੂਕ ਵਿੱਚ ਬਾਰੂਦ ਭਰ ਰਿਹਾ ਹੈ ਤੇ ਇੰਤਜ਼ਾਰ ਵਿੱਚ ਸੀ ਕਿ ਕਦੋਂ ਉਹ ਨਿਸ਼ਾਨਾ ਲਗਾਵੇ ਤੇ ਉਸ ਹਿਰਨੀ ਨੂੰ ਮਾਰ ਕੇ ਢੇਰ ਕਰ ਦੇਵੇ। ਹਿਰਨੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਹੋ ਕੀ ਰਿਹਾ ਹੈ, ਕਿਉਂਕਿ ਇੱਕ ਪਾਸੇ ਜੰਗਲ ਨੂੰ ਅੱਗ ਲੱਗੀ ਹੋਈ ਹੈ ਤੇ ਦੂਜੇ ਪਾਸੇ ਸ਼ਿਕਾਰੀ ਉਸ ਦਾ ਸ਼ਿਕਾਰ ਕਰਨ ਲਈ ਤਿਆਰ ਬੈਠਾ ਹੈ। ਉਹ ਆਪਣੀ ਜਾਨ ਬਚਾਉਣ ਲਈ ਮੁੜ ਕੇ ਭੱਜਣ ਹੀ ਲੱਗੀ ਸੀ। ਉਸਨੇ ਦੇਖਿਆ ਕਿ ਉਸ ਦੇ ਅੱਗੇ ਇੱਕ ਖੂੰਖਾਰ ਸ਼ੇਰ ਖੜਾ ਹੈ। ਹੁਣ ਹਿਰਨੀ ਕੋਲ ਕੋਈ ਵੀ ਰਾਹ ਨਹੀਂ ਸੀ ਬਚਿਆ, ਕਿਉਂਕਿ ਦੋ ਰਸਤੇ ਤਾਂ ਪਹਿਲਾਂ ਹੀ ਬੰਦ ਹੋ ਚੁੱਕੇ ਸੀ। ਹੁਣ ਇੱਕ ਪਾਸੇ ਅੱਗੇ ਸ਼ੇਰ ਖੜਾ ਸੀ ਤੇ ਦੂਸਰੇ ਪਾਸੇ ਤੇਜ਼ ਨਦੀ ਵਹਿ ਰਹੀ ਸੀ, ਜਿਸ ਨੂੰ ਉਹ ਚਾਹ ਕੇ ਵੀ ਪਾਰ ਨਹੀਂ ਕਰ ਸਕਦੀ ਸੀ। ਹਿਰਨੀ ਦੇ ਅੱਗੇ ਬਸ ਸੰਕਟ ਹੀ ਸੰਕਟ ਸੀ। ਕਿਤੇ ਕੋਈ ਮੌਕਾ ਨਹੀਂ ਸੀ ਕਿ ਉਹ ਆਪਣੀ ਜਾਨ ਬਚਾ ਲਵੇ। ਹਿਰਨੀ ਨੇ ਸੋਚਿਆ ਕਿ ਮੌਤ ਸਾਹਮਣੇ ਹੈ ਤੇ ਉਸ ਦਾ ਮਰਨਾ ਵੀ ਤੈਅ ਹੀ ਹੈ, ਕਿਉਂ ਨਾ ਸ਼ਾਨ ਦੇ ਨਾਲ ਮਰਿਆ ਜਾਵੇ। ਉਹ ਸ਼ਿਕਾਰੀ ਵੱਲ ਮੂੰਹ ਕਰਕੇ ਅੱਖਾਂ ਬੰਦ ਕਰਕੇ ਸ਼ਾਂਤ ਹੋ ਕੇ ਖੜ ਗਈ ਤੇ ਉਡੀਕਣ ਲੱਗੀ ਕਿ ਕਦੋਂ ਆ ਕੇ ਸ਼ਿਕਾਰੀ ਦੀ ਗੋਲੀ ਉਸ ਦੇ ਵੱਜੇ। ਤੇ ਇਸ ਟਾਈਮ ਵਿੱਚ ਉਹ ਉਸ ਪਰਮਾਤਮਾ ਨੂੰ ਯਾਦ ਕਰਕੇ ਦਿੱਤੀ ਹੋਈ ਜ਼ਿੰਦਗੀ ਲਈ ਧੰਨਵਾਦ ਕਰਨ ਲੱਗੀ ਤੇ ਇੱਕ ਆਸ ਰੱਖ ਕੇ ਫਰਿਆਦ ਕਰਨ ਲੱਗੀ ਕਿ ਹੇ ਪਰਮਾਤਮਾ, ਮੇਰੀ ਤੇ ਮੇਰੇ ਬੱਚਿਆਂ ਦੀ ਜ਼ਿੰਦਗੀ ਤੇਰੇ ਹੱਥ ਵਿੱਚ ਹੈ। ਜਿਵੇਂ ਮੈਨੂੰ ਤੂੰ ਇਹ ਦੁਨੀਆ ਦਿਖਾਈ ਹੈ, ਮੇਰੇ ਬੱਚਿਆਂ ਨੂੰ ਵੀ ਇੱਕ ਮੌਕਾ ਦੇ ਇਸ ਦੁਨੀਆ ਨੂੰ ਦੇਖਣ ਦਾ। ਤੇ ਉਸ ਦੀ ਇਹ ਫਰਿਆਦ ਸੁਣੀ ਵੀ ਗਈ। ਜੰਗਲ ਵਿੱਚ ਬਲਦੀ ਹੋਈ ਅੱਗ ਦੀ ਇੱਕ ਚਿੰਗਾਰੀ ਹਵਾ ਦੇ ਬੁੱਲੇ ਨਾਲ ਸ਼ਿਕਾਰੀ ਦੀ ਅੱਖ ਵਿੱਚ ਪੈ ਗਈ ਤੇ ਜਦੋਂ ਹਫੜਾ ਦਫੜੀ ਵਿੱਚ ਸ਼ਿਕਾਰੀ ਨੇ ਗੋਲੀ ਚਲਾਈ ਤਾਂ ਉਹ ਗੋਲੀ ਹਿਰਨੀ ਦੀ ਜਗ੍ਹਾ ਸ਼ੇਰ ਦੇ ਜਾ ਲੱਗੀ। ਸ਼ੇਰ ਜ਼ਖਮੀ ਹੋ ਕੇ ਜ਼ਮੀਨ ਤੇ ਡਿੱਗ ਗਿਆ ਤੇ ਸ਼ਿਕਾਰੀ ਵੀ ਦਰਦ ਨਾਲ ਕੁਰਲਾ ਰਿਹਾ ਸੀ, ਕਿਉਂਕਿ ਅੱਗ ਦੀ ਇੱਕ ਚਿੰਗਾਰੀ ਉਸ ਦੀ ਅੱਖ ਵਿੱਚ ਪੈ ਗਈ ਸੀ ਤੇ ਉਹ ਜਿਸ ਕਾਰਨ ਆਪਣੀ ਅੱਖ ਤੇ ਹੱਥ ਰੱਖ ਕੇ ਉੱਥੋਂ ਭੱਜ ਗਿਆ। ਹਿਰਨੀ ਦੇ ਅੱਗੇ ਦੇ ਰਸਤੇ ਸਾਫ਼ ਹੋ ਗਏ। ਫਿਰ ਅਚਾਨਕ ਹੀ ਮੌਸਮ ਨੇ ਵੀ ਕਰਵਟ ਬਦਲੀ ਤੇ ਅਸਮਾਨ ਵਿੱਚੋਂ ਹਲਕੀ ਹਲਕੀ ਬਾਰਿਸ਼ ਹੋਣੀ ਸ਼ੁਰੂ ਹੋ ਗਈ ਤੇ ਦੇਖਦੇ ਹੀ ਦੇਖਦੇ ਜੰਗਲ ਦੀ ਉਹ ਭਿਆਨਕ ਅੱਗ ਵੀ ਸ਼ਾਂਤ ਹੋ ਗਈ, ਜਿਸ ਨਾਲ ਹਿਰਨੀ ਦਾ ਮਨ ਬਿਲਕੁਲ ਬੇਡਰ ਤੇ ਸ਼ਾਂਤ ਹੋ ਗਿਆ। ਉਸ ਸੁਹਾਵਣੇ ਨਜ਼ਾਰੇ ਵਿੱਚ ਉਸ ਹਿਰਨੀ ਨੇ ਨਿੱਕੇ ਨਿੱਕੇ ਪਿਆਰੇ ਜਿਹੇ ਬੱਚਿਆਂ ਨੂੰ ਜਨਮ ਦਿੱਤਾ। ਇਹ ਕਹਾਣੀ ਬੇਸ਼ੱਕ ਛੋਟੀ ਜਿਹੀ ਹੈ, ਪਰ ਜ਼ਿੰਦਗੀ ਵਿੱਚ ਕੰਮ ਆਉਣ ਵਾਲੀ ਬਹੁਤ ਵੱਡੀ ਗੱਲ ਸਿਖਾਉਂਦੀ ਹੈ। ਸਾਡੇ ਤੇ ਵੀ ਕਈ ਵਾਰ ਹਿਰਨੀ ਵਾਲੇ ਹਾਲਾਤ ਆ ਜਾਂਦੇ ਨੇ। ਚਾਰੇ ਪਾਸੇ ਮੁਸੀਬਤਾਂ ਹੀ ਮੁਸੀਬਤਾਂ ਹੁੰਦੀਆਂ ਨੇ ਤੇ ਸਮਝ ਨਹੀਂ ਆਉਂਦਾ ਕਿ ਜ਼ਿੰਦਗੀ ਵਿੱਚ ਹੁਣ ਕੀ ਕੀਤਾ ਜਾਵੇ, ਕਿਉਂਕਿ ਸਾਡੇ ਹਰ ਪਾਸੇ ਤਾਂ ਸਮੱਸਿਆ ਖੜੀ ਹੁੰਦੀ ਹੈ। ਪਰ ਦੋਸਤੋ, ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਜੇਕਰ ਜ਼ਿੰਦਗੀ ਹੈ ਤਾਂ ਮੁਸੀਬਤਾਂ ਵੀ ਆਉਣਗੀਆਂ,
ਅਮੀਰ ਤੋਂ ਅਮੀਰ ਇਨਸਾਨ ਨੂੰ ਵੀ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜਦ ਅਜਿਹਾ ਸਮਾਂ ਆਵੇ ਤਾਂ ਕੀ ਕੀਤਾ ਜਾਵੇ? ਜੋ ਉਸ ਹਿਰਨੀ ਨੇ ਕੀਤਾ ਉਹੀ ਕਰੋ। ਅੱਖਾਂ ਬੰਦ ਕਰੋ ਤੇ ਉਸ ਪਰਮਾਤਮਾ ਨੂੰ ਯਾਦ ਕਰੋ ਤੇ ਆਖੋ, ਹੇ ਪਰਮਾਤਮਾ, ਮੈਨੂੰ ਸ਼ਕਤੀ ਦਿਓ ਇਹਨਾਂ ਮੁਸੀਬਤਾਂ ਨੂੰ ਖਤਮ ਕਰਨ ਦੀ। ਹੁਣ ਬਸ ਤੁਹਾਡਾ ਹੀ ਆਸਰਾ ਹੈ। ਜੋ ਵੀ ਕਰਨਾ ਹੈ ਤੁਸੀਂ ਹੀ ਕਰਨਾ ਹੈ। ਤੇ ਜਦੋਂ ਪਰਮਾਤਮਾ ਕੁਝ ਕਰਦਾ ਹੈ ਤਾਂ ਚੰਗਾ ਹੀ ਕਰਦਾ ਹੈ ਤੇ ਤੁਹਾਡੇ ਚੰਗੇ ਲਈ ਹੀ ਕਰਦਾ ਹੈ। ਸੋ ਹਮੇਸ਼ਾ ਯਾਦ ਰੱਖੋ, ਜੇਕਰ ਤੁਸੀਂ ਕੋਈ ਚੰਗਾ ਸੁਣ ਰਹੇ ਹੋ ਤਾਂ ਤੁਸੀਂ ਪੰਜਾਬੀ ਅਲਫਾਜ਼ ਸੁਣ ਰਹੇ ਹੋ। ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਆਪਣਾ ਖਿਆਲ ਰੱਖੋ। ਧੰਨਵਾਦ।